अस्सलाम वालेकुम। मेरा नाम मोहम्मद सजाद हुसैन अपने यूट्यूब चैनल बेस्ट एग्रीकल्चर फार्मिंग के साथ आपकी खिदमत में हाज़िर हूँ। आज मैंने एक खीरे के फार्म का विज़िट किया और ज़मींदार से आपकी मुलाकात करवाता हूँ और उससे पूछते हैं इस खीरे के बारे में, इसकी प्रोडक्शन के बारे में पूछेंगे, इसकी खुराक और इसके बीज के बारे में और इसके कितने अखराजात आते हैं। हम ये ज़मींदार से मिलके पूछते हैं कि इसके कैसे इसकी केयर की जाती है और इसके कितने अखराजात होते हैं, किस टाइम पे स्प्रे की जाती है, इसका खुराक का शेड्यूल कैसे है। सारी मालूमात आप ज़मींदार से पूछते हैं। चलो चलते हैं वीडियो की जानब। अगर मेरा चैनल आपने सब्सक्राइब नहीं किया तो मेरे चैनल को सब्सक्राइब कर लें ताकि मेरे आने वाली तमाम वीडियो का नोटिफिकेशन आपको मिल सके। जी चलिए चलते हैं वीडियो की जानब। अस्सलाम वालेकुम भाई। वालेकुम सलाम। जी ज़मींदार है जो वो पंजाबी बोलेगा, उर्दू नहीं बोल सकते। जी भाई ਤੁਹਾਡਾ ਨਾਮ ਕੀ ਹੈ? मेरा नाम अली अकबर है। ਤੇ ਬਾਈ ਇਹ ਤੁਸੀਂ ਖੀਰਾ ਕਿੰਨੀ ਦੇਰ ਤੋਂ ਕਾਸ਼ਤ ਕਰਦੇ ਪਏ ਜੇ? ये 5 साल तो जी 5 ਸਾਲ ਤੋਂ। ਤੇ ਬਾਈ ਇਹਦਾ ਬੀਜ ਦਾ ਖਰਚਾ ਕਿੰਨਾ ਆ ਜਾਂਦਾ 1 ਏਕੜ ਤੇ? लाख रुपया आंदा है जी, लाख। ਅੱਛਾ ਨਾ, ਮਤਲਬ ਲੱਖ ਰੁਪਿਆ ਆਂਦਾ ਬੀਜ ਦਾ ਖਰਚਾ ਹੈ। ਸਹੀ। ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਕਿਹੜੇ ਮਹੀਨੇ 'ਚ ਕਾਸ਼ਤ ਕੀਤਾ? अक्टूबर च जी। ਸਹੀ, ਅਕਤੂਬਰ ਦੇ ਪਹਿਲੇ ਹਫਤੇ ਜਾਂ ਦੂਸਰੇ 'ਚ? पहले च जी। ਸਹੀ। ਤੇ ਬਾਈ ਇਹ ਜ਼ਮੀਨ ਵਾਹਣ ਦਾ ਖਰਚਾ ਕਿੰਨਾ ਹੈ? 10,000 रुपया जी सही लग जाता है, सही जमीन बना दें। ਜ਼ਮੀਨ ਬਣਾਉਣ ਦਾ 10,000 ਰੁਪਿਆ ਤੁਹਾਡਾ ਖਰਚਾ ਆ ਜਾਂਦਾ। ਤੇ ਬਾਈ ਇਹਦੀਆਂ ਸਪਰੇਵਾਂ ਕਿੰਨੇ ਦਿਨਾਂ ਬਾਅਦ ਹੁੰਦੀਆਂ ਨੇ? जी 3 दिन बाद स्प्रे होंदी है जी। ਕੀੜੀ ਦੀ ਹੁੰਦੀ ਜਾਂ ਤੁਸੀਂ ਤੇਲੇ ਦੀ ਵੀ ਸਪਰੇਅ ਕਰਦੇ ਜੇ? दोवें ही कर दी जी, ना तेला पवे ते ना कीड़ी पवे। ਅੱਛਾ, ਕੀੜੀ ਜ਼ਿਆਦਾ ਨੁਕਸਾਨ ਕਰਦੀ ਜਾਂ ਇਹਨੂੰ ਸੁੰਡੀ ਜ਼ਿਆਦਾ ਨੁਕਸਾਨ ਕਰਦੀ? ਇਹ ਜੀ ਸੁੰਡੀ ਨੂੰ ਜ਼ਿਆਦਾ ਨੁਕਸਾਨ ਕਰਦੀ ਹੈ ਕਿਉਂਕਿ ਇਹਦੇ ਪੱਤੇ ਖਾ ਜਾਂਦੀ ਹੈ ਇਸ ਵਾਸਤੇ। ਸਹੀ। ਤੇ ਇਹਦੇ ਫੁੱਲ ਤੇ ਵੀ ਹਮਲਾ ਕਰਦੀ ਕਿ ਨਹੀਂ? ਫੁੱਲ ਤੇ ਵੀ ਕਰਦੀ ਹੈ, ਜਮਲਾ ਇਹਦਾ ਫੁੱਲ ਖਾ ਜਾਂਦੀ। ਥੱਲੋਂ ਜਿਹੜਾ ਫਿਰ ਮਤਲਬ ਕਿ ਖੀਰਾ ਬੰਨਾ ਹੁੰਦਾ ਉਹ ਸਹੀ ਬਣਦਾ ਹੀ ਨਹੀਂ ਫਿਰ ਇਹਦੇ ਚ। ਸਹੀ। ਤੇ ਬਾਈ ਆ ਜਿਹੜਾ ਤੁਸੀਂ ਇਹ ਜਿਹੜਾ ਨੈਟ ਲਗਾਇਆ ਹੈ, ਹਾਂਜੀ, ਇਹ ਵੇਲਾਂ ਤੁਸੀਂ ਨੈਟ ਤੇ ਚੜਾਉਂਦੇ ਮਾਰਕੀਟ 'ਚ ਕਿੰਨੇ ਕੁ ਦਾ ਮਿਲਦਾ ਜੀ? 335-40 ਰੁਪਏ ਦਾ ਮਿਲਦਾ ਸਾਨੂੰ ਨੈਟ ਉੱਥੋਂ ਮਾਰਕੀਟ 'ਚ। ਸਹੀ। ਤੇ ਇਹ ਬਾਈ ਜਿਹੜੀ ਤੁਸੀਂ ਤਾਰ ਇਸਤੇਮਾਲ ਕੀਤੀ ਹੈ, ਇਹ ਤਾਰ ਪਲਾਸਟਿਕ ਦੀ ਹੈ ਤੇ ਇਹ ਤੁਹਾਨੂੰ ਤਾਰ ਕਿਸ ਤਰ੍ਹਾਂ ਮਿਲਦੀ ਹੈ? ਇਹ ਜੀ 8000 ਰੁਪਏ ਦਾ ਬੰਡਲ ਮਿਲਦਾ, ਪੂਰੇ ਕਿੱਲੇ ਦੀ ਹੁੰਦੀ ਹੈ ਜੀ। 1000 ਰੁਪਏ ਦਾ। ਤੇ ਬਾਈ ਇਹ ਕਿੰਨੀ ਦੇਰ ਤੱਕ ਇਹ ਖੀਰਾ ਚੱਲਦਾ ਹੈ? 4 ਮਾਹ ਤੱਕ ਚੱਲਦਾ ਜੀ, 4 ਮਹੀਨੇ। 4 ਮਹੀਨੇ। ਸਹੀ। ਤੇ ਬਾਈ ਤੁਸੀਂ ਸਾਨੂੰ ਇਹ ਦੱਸੋ ਤੇ ਜਿਹੜੇ ਆਹ ਪੱਤੇ ਨੇ ਇਹ ਵਿੱਚੋਂ ਪੀਲੇ ਪੀਲੇ ਨਜ਼ਰ ਆਉਂਦੇ ਨੇ, ਇਹ ਬਾਈ ਪੀਲੇ ਪੱਤੇ ਕਿਉਂ ਹੋਏ ਨੇ? ਇਹ ਬਾਈ ਜੀ ਮੌਸਮ ਖਰਾਬ ਹੈ, ਜਿੰਦੀ ਵਜ੍ਹਾ ਤੋਂ ਨਾ ਧੁੱਪ ਨਿਕਲ ਰਹੀ ਹੈ ਤੇ ਨਾ ਪੱਤੇ ਸਹੀ ਹੋ ਰਹੇ ਨੇ। ਜੇ ਧੁੱਪ ਨਿਕਲੇਗੀ ਤੇ ਇਹਨਾਂ ਨੂੰ ਕੋਈ એનર્ਜੀ ਮਿਲੇ ਤੇ ਪੱਤੇ ਸਹੀ ਹੋ ਜਾਂਦੇ ਉਸ ਵਕਤ। ਸਹੀ। ਫਰੂਟਿੰਗ ਆ ਰਹੀ ਹੈ, ਫਲ ਦੇ ਰਿਹਾ ਤੁਹਾਨੂੰ। ਇਹ ਕਿੰਨੀ ਦੇਰ ਚ ਲਾਵਣ ਤੋਂ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦਾ? ਇਹ 60 ਦਿਨ ਤੋਂ ਬਾਅਦ ਜਿਹੜਾ ਨਾ ਦਾ ਮਤਲਬ ਫਲ ਲੱਗਣਾ ਸ਼ੁਰੂ ਹੋ ਜਾਂਦਾ, ਸਹੀ ਲੱਗ ਜਾਂਦਾ। ਤੇ ਤੁਸੀਂ ਫਲ ਇਹਦਾ ਜਿਹੜਾ ਖੀਰਾ ਹੈ ਉਹ ਕਿਹੜੀ ਜਗ੍ਹਾ ਤੇ ਸੇਲ ਕਰਦੇ ਜੇ? ਲਾਹੌਰ, ਇਸਲਾਮਾਬਾਦ, ਜਿੱਥੇ ਜ਼ਿਆਦਾ ਰੇਟ ਹੋਵੇ ਫਿਰ ਉੱਥੇ ਲੈ ਜੀਦਾ ਜੀ। ਇਸ ਵਾਸਤੇ ਫਿਰ ਇਹਨੂੰ ਤੇ ਜਿਹੜੀ ਬਾਈ ਆ ਤੁਸੀਂ ਬਲੈਕ ਸ਼ੀਟ ਥੱਲੇ ਪਾਈ ਹੋਈ ਹੈ, ਇਹਦਾ ਕੀ ਫਾਇਦਾ ਹੈ? ਇਹਦਾ ਇਹ ਫਾਇਦਾ ਕਿ ਥੱਲੋਂ ਜਿਹੜੇ ਜੜੀ ਬੂਟੀਆਂ ਹੁੰਦੀਆਂ ਨੇ ਉਹ ਮਤਲਬ ਉਹਨਾਂ ਦੀ ਪੈਦਾਵਾਰ ਨਹੀਂ ਹੁੰਦੀ। ਜਿਹੜੀ ਖਾਦ ਖੂਦ ਲਾਈ ਤੇ ਸਿਰਫ ਇਹਨਾਂ ਪੌਦਿਆਂ ਨੂੰ ਲੱਗਦੀ, ਜਿਹੜੇ ਖੇਰੇ ਦੇ ਹੁੰਦੇ ਨੇ ਨਾ ਉਹ ਜਜ਼ਬ ਕਰਦੇ। ਮਤਲਬ ਜਿਹੜੇ ਅਸੀਂ ਥੱਲੇ ਜੜੀ ਬੂਟੀਆਂ ਹੁੰਦੀਆਂ ਨੇ ਨਾ ਉਹ ਜਜ਼ਬ ਕਰਨਗੀਆਂ ਤੇ ਨਾ ਨੁਕਸਾਨ ਹੋਏਦਾ। ਸਿਰਫ ਇਹਨਾਂ ਨੂੰ ਹੀ ਅੱਛੀ ਖਾਦ ਮਿਲਦੀ ਹੈ ਤੇ ਅੱਛੀ ਪੈਦਾਵਾਰ ਹੁੰਦੀ ਫਿਰ ਇਹਨਾਂ ਤੋਂ। ਇਹਦਾ ਮਤਲਬ ਇਹ ਕਿ ਤੁਹਾਡੀ ਗੱਲ ਕਰਨ ਦਾ ਮਕਸਦ ਇਹ ਆ ਕਿ ਜਿਹੜੇ ਵੀ ਪੌਦੇ ਨੇ ਥੱਲੇ ਜੜੀ ਬੂਟੀਆਂ ਉੱਗਦੀਆਂ ਨੇ ਉਹ ਇਸ ਸ਼ੀਟ ਪਾਈ ਹੋਵੇ ਤੇ ਉਹ ਨਹੀਂ ਉੱਗਦੀਆਂ। ਹਾਂਜੀ। ਤੇ ਪੌਦਿਆਂ ਦੀ ਗਰੋਥ ਅੱਛੀ ਹੁੰਦੀ ਹੈ। ਮਾਸ਼ਾਅੱਲਾ। ਜਿਹੜਾ ਉੱਤੇ ਤੁਸੀਂ ਛਾਪਰ ਪਾਇਆ ਹੈ, ਹਾਂਜੀ, ਇਹ ਛਾਪਰ ਦਾ ਤੁਹਾਨੂੰ ਕਿੰਨਾ ਖਰਚਾ ਪੈਂਦਾ 1 ਕਿੱਲੇ ਤੇ? 50,000 ਰੁਪਏ ਆ ਜਾਂਦਾ ਜੀ 1 ਕਿੱਲੇ ਦਾ ਖਰਚਾ। ਸਹੀ। ਤੇ ਬਾਈ ਜਿਹੜੀ ਆ ਤੁਸੀਂ ਖੇਲ ਤੋਂ ਖੇਲ ਦਾ ਫਾਸਲਾ ਰੱਖਿਆ ਹੈ, ਹਾਂਜੀ, ਇਹ ਕਿੰਨੇ ਫੁੱਟ ਹੁੰਦਾ ਹੈ? ਇਹ ਜੀ 3 ਫੁੱਟ ਹੁੰਦਾ ਹੈ। 3 ਫੁੱਟ ਹੁੰਦਾ ਹੈ। ਤੇ ਜਿਹੜੀ ਆ ਤੁਸੀਂ ਗੋਲ ਪੈਪ ਇਸਤੇਮਾਲ ਕੀਤੇ ਤੇ ਇਹਦੇ ਵਿੱਚ ਤੁਸੀਂ ਕੋਈ ਹੋਰ ਵੀ ਚੀਜ਼ ਦਾ ਇਸਤੇਮਾਲ ਕਰ ਸਕਦੇ ਜੇ? ਬਾਂਸ ਕਰ ਸਕਦੇ ਆ, ਬਾਂਸ ਦੀਆਂ ਜਿਹੜੀਆਂ ਲਗਰਾਂ ਹੁੰਦੀਆਂ ਨੇ ਉਹ ਲਿਆ ਕੇ ਅਸੀਂ ਇਹਨਾਂ ਜਗ੍ਹਾ ਤੇ ਉਹ ਇਸਤੇਮਾਲ ਕਰ ਸਕਦੇ ਆ। ਸਹੀ। ਤੇ ਉਹਨਾਂ ਦੀ ਵੀ ਇੰਨੀ ਮਜ਼ਬੂਤੀ ਹੁੰਦੀ ਹੈ ਜਾਂ ਪੈਪਾਂ ਦੀ ਜ਼ਿਆਦਾ ਮਜ਼ਬੂਤੀ ਹੈ? ਨਹੀਂ, ਪੈਪ ਫਿਰ ਉਹ ਜਦੋਂ ਸੁੱਕਦੇ ਜਾਂਦੇ ਨੇ ਉਹ ਜ਼ਿਆਦਾ ਠੀਕ ਵੈਸੇ ਹੁੰਦੇ ਨੇ। ਉਹ ਬਾਅਦ ਚ ਚਲੋ ਉਹ ਸਸਤੀਆਂ ਆਉਂਦੀਆਂ ਨੇ, ਪੈਪ ਥੋੜੇ ਮਹਿੰਗੇ ਆਉਂਦੇ ਨੇ। ਰੋਲਾ ਸਿਰਫ ਬੱਚਤ ਕਰਨੀ ਹੋਵੇ ਤੇ ਫਿਰ ਉਹ ਲਾ ਲਓ। ਤੇ ਉਹਨਾਂ ਦੀ ਇੰਨੀ ਮਜ਼ਬੂਤੀ ਹੁੰਦੀ ਹੈ?
ਨਹੀਂ ਜੀ, ਉਹਨਾਂ ਦੀ ਇੰਨੀ ਮਜ਼ਬੂਤੀ ਤਾਂ ਨਹੀਂ ਹੁੰਦੀ, ਫਿਰ ਉਹ 1 ਸਾਲ ਹੀ ਕੰਮ ਦਿੰਦੀਆਂ ਨੇ। ਦੂਜੇ ਸਾਲ ਜਿਹੜਾ ਤੁਸੀਂ ਆ ਜਿਹੜਾ ਛਾਪਰ ਪਾਇਆ ਹੈ, ਹਾਂਜੀ। ਇਹ ਲਾਵਣ ਦੇ ਨਾਲ ਹੀ ਛਾਪਰ ਪਾ ਦਿੰਦੇ ਹੋ ਜਾਂ ਤੁਸੀਂ ਇਹ ਬਾਅਦ ਚ ਪਾਇਆ ਹੈ? ਨਹੀਂ ਜੀ, ਦਸੰਬਰ ਦੇ ਪਹਿਲੇ ਜਾਂ ਦੂਸਰੇ ਹਫਤੇ ਛਾਪਰ ਪਾ ਦਿੱਤਾ ਸੀ ਅਸੀਂ ਤਾਂ ਇਸ ਦਫਾ। ਮਤਲਬ ਕਿ ਆ ਸਰਦੀ ਬੜੀ ਉਦੋਂ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਸਹੀ, ਤੇ ਇਹਦੀ ਗਰੋਥ ਉਦੋਂ ਰੁਕਣਾ ਸ਼ੁਰੂ ਹੋ ਜਾਂਦੀ ਹੈ। ਤੇ ਇਸ ਵਾਸਤੇ ਜਿਹੜਾ ਅੰਦਰਲਾ ਟੈਂਪਰੇਚਰ ਉਹਨੂੰ ਸਹੀ ਮਿਲਦਾ ਰਹੇ, ਇਹਦੀ ਗਰੋਥ ਸਹੀ ਰਹੇ, ਤੇ ਠੰਡ ਤੋਂ ਬਚ ਜਾਵੇ। ਇਸ ਵਾਸਤੇ ਛਾਪਰ ਉਦੋਂ ਪਾ ਦਿੱਤਾ ਦਸੰਬਰ ਦੇ ਦੂਜੇ ਜਾਂ ਪਹਿਲੇ ਹਫਤੇ ਦੇ ਵਿੱਚ। ਤੇ ਛਾਪਰ ਦੇ ਵਿੱਚ ਗਰੋਥ ਜ਼ਿਆਦਾ ਕਰਦਾ? ਬਿਲਕੁਲ ਜੀ, ਛਾਪਰ ਫਿਰ ਇਹਦਾ ਟੈਂਪਰੇਚਰ ਜਦੋਂ ਠੀਕ ਮਿਲਦਾ ਹੈ, ਅਸਲ ਤਾਂ ਜੋ ਹੈ ਨਾ ਮਤਲਬ ਗਰਮੀਆਂ ਦੀ ਖੁਰਾਕ ਹੁੰਦੀ, ਗਰਮੀਆਂ 'ਚ ਸਹੀ ਹੁੰਦਾ ਹੈ, ਇਹਨੂੰ ਟੈਂਪਰੇਚਰ ਦੀ ਜ਼ਰੂਰਤ ਹੁੰਦੀ ਹੈ। ਇਸ ਵਾਸਤੇ ਇਹਨੂੰ ਤਾਂ ਛਾਪਰ ਪਾ ਦਿੱਤਾ ਜਾਂਦਾ ਹੈ ਕਿ ਇਹਦੀ ਗਰੋਥ ਅੱਛੀ ਹੋਵੇ ਤੇ ਮਤਲਬ ਪੈਦਾਵਾਰ ਵੀ ਅੱਛੀ ਹੋਵੇ। ਕਿ ਇਹਦੇ ਖੁਰਾਕ ਦਾ ਕੀ ਸ਼ਡਿਊਲ ਹੈ? ਇਹਨੂੰ ਤੁਸੀਂ ਖਾਦ ਕਿੰਨੀ ਕੁ ਦਿੰਦੇ ਜੇ? ਜੀ ਜ਼ਮੀਨ ਦੀ ਤਿਆਰੀ ਦੇ ਨਾਲ ਨਾਲ ਇਹਨੂੰ ਮਤਲਬ ਖਾਦ ਦਿੱਤੀ ਜਾਂਦੀ ਹੈ। ਥੱਲੇ ਜ਼ਮੀਨ ਬਣਾ ਕੇ ਇਹਦੇ ਥੱਲੇ 2 DAP ਦੀਆਂ ਲਾਈ ਦੀਆਂ ਬੋਰੀਆਂ ਤੇ ਉਸ ਤੋਂ ਬਾਅਦ ਜਨਾਬ ਮੇਰੀ ਇਹਨੂੰ ਨਾਲ ਇੱਕ ਨਾਈਟ੍ਰੋਫਾਸ ਲਾ ਦੀ। ਜਦੋਂ ਮਤਲਬ ਸਹੀ ਇਹਦੀ ਗਰੋਥ ਹੋਣਾ ਸ਼ੁਰੂ ਹੋ ਜਾਂਦੀ, ਨਾਈਟ੍ਰੋਫਾਸ ਲਾ ਦੀ। ਉਸ ਤੋਂ ਬਾਅਦ ਇਹ ਫਿਰ ਸ਼ਡਿਊਲ ਦੇ ਨਾਲ ਨਾਲ ਜਿਵੇਂ ਜਿਵੇਂ ਜਿੰਨੀ ਕੁ ਖੁਰਾਕ ਦੀ ਜ਼ਰੂਰਤ ਹੋਵੇ ਉਨੀ ਉਨੀ ਦਿੰਦੇ ਰਹੀਦਾ। ਤੇ ਬਾਈ ਤੁਸੀਂ ਇਹਦਾ ਪਾਣੀ ਦਾ ਕੀ ਸ਼ਡਿਊਲ ਹੈ ਕਿ ਪਾਣੀ ਤੁਸੀਂ ਕਿਸ ਤਰ੍ਹਾਂ ਇਹਨੂੰ ਦਿੰਦੇ ਜੇ? ਅਗਰ ਬਾਈ ਜੀ ਗਰਮੀ ਹੋਵੇ ਤੇ ਇਹਨੂੰ 4 ਦਿਨ ਬਾਅਦ ਪਾਣੀ ਦੇਈਦਾ, ਤੇ ਅਗਰ ਇਹ ਹੋਣ ਤਾਂ ਤਕਰੀਬਨ 8 ਦਿਨ ਬਾਅਦ ਪਾਣੀ ਦੇਣਾ ਪੈਂਦਾ ਹੈ, ਕਿਉਂਕਿ ਹੁਣ ਸਰਦੀ ਇੰਨੇ ਖਾਸ ਇਹਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਕਿ ਜਦੋਂ ਤੁਸੀਂ ਪਾਣੀ ਲਾਉਂਦੇ ਹਰ ਪਾਣੀ ਤੇ ਖੁਰਾਕ ਦਿੰਦੇ ਜੇ? ਹਾਂਜੀ ਬਿਲਕੁਲ, ਹਰ ਪਾਣੀ ਤੇ ਖੁਰਾਕ ਦੇਣੀ ਪੈਂਦੀ, ਥੋੜੀ ਥੋੜੀ ਦੇਈਦੀ, ਇੰਨੀ ਜ਼ਿਆਦਾ ਨਹੀਂ ਨਾ ਫਿਰ ਦੇਈਦੀ। ਮਤਲਬ ਇਹਦੀ जितनी को ज़रूरत है उन्हीं को देनी चाहिए। ये थी आज की वीडियो। खीरे पर मैंने विज़िट किया है, तो भाई अली अकबर ने ये खीरा लगाया हुआ है, आप देख सकते हैं बहुत ही अच्छी ग्रोथ थी और फ्रूटिंग के करीब है। ये भाई सबसे पहले एंटी सैगनेट भी इस पे लगाया भाई ने, उसके बाद जब इसकी सर्दी का ज़्यादा शिद्दत हुई तो इन्होंने इस पे शापर डाला हुआ है।